ਅਕਾਲੀ ਦਲ ਦਾ ਪ੍ਰਧਾਨ ਕੌਣ ਹੋਵੇਗਾ? ਅਕਾਲੀ ਦਲ ਦੀ ਪ੍ਰਧਾਨਗੀ ਕਿਸ ਕੋਲੇ ਰਹੇਗੀ? ਭਾਵ ਕਿ ਅਕਾਲੀ ਦਲ ਦੀ ਵਾਗਡੋਰ ਕਿਸ ਦੇ ਹੱਥਾਂ ਦੇ ਵਿੱਚ ਰਹੇਗੀ? ਅੱਜ ਇਹ ਕਲੀਅਰ ਹੋ ਗਿਆ। ਜੋ ਵੀ ਚਰਚਾਵਾਂ ਪ੍ਰਧਾਨਗੀ ਨੂੰ ਲੈ ਕੇ ਸੀ, ਅੱਜ ਉਹਨਾਂ ਦਾ ਅੰਤ ਹੋ ਗਿਆ। ਭਾਵ ਅੱਜ ਇਹ ਕਲੀਅਰ ਹੋ ਗਿਆ ਕਿ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ। ਇਹ ਗੱਲ ਹੋਈ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ। ਇਕਬਾਲ ਸਿੰਘ ਝੁੰਦਾ ਦੇ ਵੱਲੋਂ ਇਹ ਗੱਲ ਕਹੀ ਗਈ। ਵਰਕਿੰਗ ਕਮੇਟੀ ਦੀ ਮੀਟਿੰਗ ਸੀ ਅੱਜ ਚੰਡੀਗੜ੍ਹ ਦੇ ਵਿੱਚ, ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਇਸ ਮੀਟਿੰਗ ਦੇ ਵਿੱਚ ਕਿ ਜਿੰਨੇ ਵੀ ਇਹ ਚਰਚਾਵਾਂ ਨੇ ਕਿ ਪ੍ਰਧਾਨਗੀ ਦੀ ਕੁਰਸੀ ਖੁੱਸੇਗੀ, ਪ੍ਰਧਾਨ ਕੋਈ ਹੋਰ ਹੋਏਗਾ, ਪ੍ਰਧਾਨਗੀ ਦੇ ਉੱਪਰ ਰੌਲਾ ਰੱਪਾ ਚੱਲ ਰਿਹਾ ਸੀ, ਲੇਕਿਨ ਅੱਜ ਇਹਨਾਂ ਚਰਚਾਵਾਂ ਦਾ ਅੰਤ ਹੋਇਆ ਹੈ ਇਸ ਬਿਆਨ ਦੇ ਨਾਲ ਕਿ ਸੁਖਬੀਰ ਸਿੰਘ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ। ਦੱਸਦੇ ਕਿ ਪਿਛਲੇ ਦਿਨੀ ਬੜਾ ਵੱਡਾ ਵਖੇੜਾ ਹੋਇਆ ਸੀ, ਖਾਸ ਤੌਰ ਤੇ ਰਾਸ਼ਟਰਪਤੀ ਦੀ ਚੋਣ ਦੇ ਵੇਲੇ ਇੱਕ ਬਗਾਵਤ ਦੇਖਣ ਨੂੰ ਮਿਲੀ ਸੀ। ਬਗਾਵਤ ਇਹ ਕਿ ਪ੍ਰਧਾਨ ਸਾਹਿਬ ਕਦੇ ਵੀ ਪੁੱਛ ਕੇ ਕਿਸੇ ਤਰ੍ਹਾਂ ਦਾ ਕੋਈ ਫੈਸਲਾ ਨਹੀਂ ਲੈ ਰਹੇ, ਇਹ ਇਲਜ਼ਾਮ ਲਗਾਏ ਸੀਗੇ ਸੀਨੀਅਰ ਅਕਾਲੀ ਆਗੂਆਂ ਦੇ ਵੱਲੋਂ। ਇੱਕ ਵੱਡਾ ਟਕਰਾਅ ਹੋ ਚੁੱਕਿਆ ਸੀਗਾ ਸੁਖਬੀਰ ਸਿੰਘ ਬਾਦਲ ਅਤੇ ਕੁਝ ਸੀਨੀਅਰ ਲੀਡਰਾਂ ਦੇ ਵਿੱਚ। ਬਗਾਵਤੀ ਸੁਰ ਅਖਤਿਆਰ ਕੀਤੇ ਗਏ ਸੀ ਤੇ ਨਾਲ ਹੀ ਨਾਲ ਇਹ ਵੀ ਗੱਲ ਕੀਤੀ ਗਈ ਸੀ ਕਿ ਇਕਬਾਲ ਸਿੰਘ ਝੁੰਦਾ ਜੀ, ਜਿਹਨੂੰ ਕਿ ਝੁੰਦਾ ਕਮੇਟੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਇਕਬਾਲ ਸਿੰਘ ਝੁੰਦਾ ਦੇ ਇਹ ਰਹਿਨੁਮਾਈ ਦੇ ਵਿੱਚ ਇੱਕ ਕਮੇਟੀ ਬਣੀ ਸੀ 2022 ਦੀਆਂ ਇਲੈਕਸ਼ਨਾਂ ਤੋਂ ਬਾਅਦ। ਪੰਜਾਬ ਦੇ ਵਿੱਚ 100 ਹਲਕਿਆਂ ਦੇ ਵਿੱਚ ਇਹ ਕਮੇਟੀ ਗਈ ਸੀ, ਜਿਸ ਨੇ ਕਿ ਇਹਨਾਂ ਗੱਲਾਂ ਦਾ ਪ੍ਰਗਟਾਵਾ ਕੀਤਾ ਸੀ ਵੀ ਕਿਹੜੇ ਉਹ ਮੁੱਦੇ ਨੇ, ਕਿਹੜੇ ਉਹ ਕਾਰਨ ਨੇ ਜਿਸ ਕਾਰਨ ਅਕਾਲੀ ਦਲ ਦੀ ਇੰਨੀ ਨਾਮੋਸ਼ੀ ਭਰੀ ਹਾਰ ਹੋਈ ਹੈ 2022 ਦੇ ਇਲੈਕਸ਼ਨ ਦੇ ਵਿੱਚ। ਸੋ ਕੁਝ ਸੁਝਾਅ ਉਸ ਕਮੇਟੀ ਵੱਲੋਂ ਦਿੱਤੇ ਗਏ ਸੀ। ਇਹ ਸੁਝਾਅ ਸਿੱਧੇ ਹੀ ਕੋਰ ਕਮੇਟੀ ਦੇ ਵਿੱਚ ਪਹੁੰਚ ਗਏ ਸੀ, ਜਿਸ ਤੋਂ ਬਾਅਦ ਇੱਕ ਬਗਾਵਤੀ ਸੁਰ ਅਖਤਿਆਰ ਕੀਤੇ ਗਏ ਸੀ ਪ੍ਰੇਮ ਸਿੰਘ ਚੰਦੂਮਾਜਰਾ ਦੇ ਵੱਲੋਂ, ਤੇ ਉਸ ਤੋਂ ਪਹਿਲਾਂ ਮਨਪ੍ਰੀਤ ਸਿੰਘ ਇਆਲੀ ਤੇ ਨਾਲ ਹੀ ਨਾਲ ਅਕਾਲੀ ਸੀਨੀਅਰ ਲੀਡਰ ਨੇ ਉਹ ਵੱਖਰੀਆਂ ਮੀਟਿੰਗਾਂ ਕਰਦੇ ਹੋਏ ਨਜ਼ਰ ਆ ਰਹੇ ਸੀ ਤੇ ਇਸ ਗੱਲ ਦੇ ਉੱਪਰ ਮੋਹਰ ਲੱਗਦੀ ਹੋਈ ਨਜ਼ਰ ਆ ਰਹੀ ਸੀ ਕਿ ਪ੍ਰਧਾਨਗੀ ਦੀ ਕੁਰਸੀ ਚਲੀ ਜਾਏਗੀ ਸੁਖਬੀਰ ਸਿੰਘ ਬਾਦਲ ਦੇ ਹੱਥਾਂ ਦੇ ਵਿੱਚੋਂ। ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਵੱਲੋਂ ਪੂਰੇ ਦੇ ਪੂਰੇ ਸੰਗਠਨਾਤਮਕ ਢਾਂਚੇ ਨੂੰ ਖਤਮ ਕਰ ਦਿੱਤਾ ਗਿਆ ਸੀ, ਰੱਦ ਕਰ ਦਿੱਤਾ ਗਿਆ ਸੀ ਪਿਛਲੇ ਦਿਨਾਂ ਦੇ ਵਿੱਚ, ਲੇਕਿਨ ਪ੍ਰਧਾਨਗੀ ਦੀ ਕੁਰਸੀ ਤੋਂ ਉਹਨਾਂ ਦੇ ਵੱਲੋਂ ਵੀ ਅਸਤੀਫਾ ਨਹੀਂ ਦਿੱਤਾ ਗਿਆ ਸੀ। ਉਸ ਤੋਂ ਬਾਅਦ ਬਗਾਵਤੀ ਸੁਰਾਂ ਹੋਰ ਵੀ ਤੇਜ਼ ਹੋ ਚੁੱਕੀਆਂ ਸੀ ਕਿ ਆਖਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਛੱਡ ਕਿਉਂ ਨਹੀਂ ਰਹੇ, ਕਿਉਂਕਿ ਭਾਵੇਂ ਕਿ ਝੁੰਦਾ ਕਮੇਟੀ ਦੇ ਵਿੱਚ ਇਸ ਗੱਲ ਦੇ ਉੱਪਰ ਜਿਵੇਂ ਕਿ ਅਕਾਲੀ ਆਗੂ ਸੀਨੀਅਰ ਅਕਾਲੀ ਆਗੂ ਕਹਿੰਦੇ ਨੇ ਕਿ ਝੁੰਦਾ ਕਮੇਟੀ ਦੀ ਸਿਫਾਰਿਸ਼ ਦੇ ਵਿੱਚ ਪ੍ਰਧਾਨਗੀ ਨੂੰ ਲੈ ਕੇ ਕੋਈ ਰਾਏ ਮਸ਼ਵਰਾ ਨਹੀਂ, ਭਾਵ ਕਿ ਕਿਸੇ ਤਰੀਕੇ ਦੇ ਨਾਲ ਇਲਜ਼ਾਮ ਨਹੀਂ ਲੱਗੇ ਪ੍ਰਧਾਨਗੀ ਦੇ ਉੱਪਰ। ਜਦੋਂ ਕਿ ਪਬਲਿਕ ਡੋਮੇਨ ਦੇ ਵਿੱਚ ਤੇ ਆਮ ਵਰਕਰਾਂ ਵਿੱਚ ਚਰਚਾ ਇਹ ਚੱਲ ਰਹੀ ਸੀ ਕਿ ਅਕਾਲੀ ਦਲ ਦਾ ਜੋ ਇਹ ਹਸ਼ਰ ਹੋਇਆ ਉਸ ਦੇ ਲਈ ਸਿੱਧੇ ਤੌਰ ਤੇ ਸੁਖਬੀਰ ਸਿੰਘ ਬਾਦਲ ਜ਼ਿੰਮੇਵਾਰ ਨੇ। ਇਸ ਕਰਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਛੱਡ ਕੇ ਪ੍ਰਧਾਨ ਕਿਸੇ ਹੋਰ ਨੂੰ ਥਾਪ ਦੇਣਾ ਚਾਹੀਦਾ ਹੈ ਤਾਂ ਜੋ ਸਰਵਾਈਵ ਕਰ ਸਕੇ ਸ਼੍ਰੋਮਣੀ ਅਕਾਲੀ ਦਲ ਇੱਕ ਵਾਰ ਫਿਰ ਤੋਂ। ਜਿਸ ਤੋਂ ਬਾਅਦ ਟਕਰਾਅ ਹੁੰਦਾ ਨਜ਼ਰ ਆਇਆ ਸੀ, ਵੱਖ-ਵੱਖ ਧੜੇ ਬਣਦੇ ਹੋਏ ਨਜ਼ਰ ਆ ਰਹੇ ਸੀ। ਮਨਪ੍ਰੀਤ ਇਆਲੀ ਨਾਲ ਹੀ ਪ੍ਰੇਮ ਸਿੰਘ ਚੰਦੂਮਾਜਰਾ ਤੇ ਨਾਲ ਹੀ ਨਾਲ ਜਗਮੀਤ ਬਰਾੜ, ਉਹਨਾਂ ਦੇ ਉੱਪਰ ਤੈਅ ਹੋ ਰਿਹਾ ਸੀਗਾ ਵੀ ਸ਼ਾਇਦ ਗਾਜ ਡਿੱਗ ਸਕਦੀ ਹੈ, ਕਿਉਂਕਿ ਬਿਆਨ ਅੱਜ ਵੀ ਇਸ ਤਰੀਕੇ ਦੇ ਹੀ ਆਏ ਨੇਗੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਜਿਹੜੇ ਵੀ ਬਗਾਵਤੀ ਸੁਰ ਹੋਣਗੇ ਉਹਨਾਂ ਨੂੰ ਦਬਾ ਦਿੱਤਾ ਜਾਏਗਾ ਤੇ ਨਾਲ ਸਿੱਧੇ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਕਹੀ ਗਈ ਕਿ ਜੋ ਬਗਾਵਤ ਕਰੇਗਾ ਉਸ ਦੇ ਖਿਲਾਫ ਕਾਰਵਾਈ ਕਰੀ ਜਾਏਗੀ, ਕਾਰਵਾਈ ਵੀ ਵੱਡੀ ਤਰੀਕੇ ਨਾਲ ਕੀਤੀ ਜਾਏਗੀ। ਭਾਵ ਹੋ ਸਕਦਾ ਵੀ ਬਗਾਵਤੀ ਸੁਰਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਵੇ, ਜਿਸ ਦੇ ਵਿੱਚ ਕਿ ਸਭ ਤੋਂ ਪਹਿਲਾ ਨਾਮ ਆ ਰਿਹਾ ਜਗਮੀਤ ਸਿੰਘ ਬਰਾੜ ਦਾ, ਵੀ ਜਗਮੀਤ ਸਿੰਘ ਬਰਾੜ ਦੇ ਉੱਪਰ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵੱਡੀ ਕਾਰਵਾਈ ਹੋ ਸਕਦੀ ਹੈ, ਕਿਉਂਕਿ ਬਗਾਵਤੀ ਸੁਰ ਸ਼ੁਰੂਆਤ ਦੇ ਵਿੱਚ ਉਹਨਾਂ ਦੇ ਵੱਲੋਂ ਬੁਲੰਦ ਕੀਤੇ ਗਏ ਸੀ। ਹੁਣ ਜਦੋਂ ਪ੍ਰਧਾਨਗੀ ਦੀ ਕੁਰਸੀ ਫਾਈਨਲ ਕਰ ਦਿੱਤੀ ਗਈ ਹੈ, ਹੁਣ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਬਗਾਵਤ ਪ੍ਰਧਾਨਗੀ ਦੀ ਕੁਰਸੀ ਨੂੰ ਲੈ ਕੇ ਸੀ ਕਿ ਉਹ ਬਗਾਵਤ ਲਗਾਤਾਰ ਬਣੀ ਰਹੇਗੀ, ਜਾਂ ਜਦੋਂ ਅੱਜ ਵਰਕਿੰਗ ਕਮੇਟੀ ਤੋਂ ਬਾਅਦ ਇਹ ਕਲੀਅਰ ਕਰ ਦਿੱਤਾ ਗਿਆ ਹੈ ਕਿ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਰਹਿਣਗੇ, ਇਹ ਬਗਾਵਤੀ ਸੁਰਾਂ ਨਰਮ ਪੈਣਗੀਆਂ ਜਾਂ ਸੁਰਾਂ ਹੋਰ ਵੀ ਤਿੱਖੀਆਂ ਹੋਣਗੀਆਂ। ਤੇ ਨਾਲ ਜਿਸ ਤਰੀਕੇ ਦੇ ਨਾਲ ਅੱਜ ਪ੍ਰੈਸ ਕਾਨਫਰੰਸ ਤੋਂ ਬਾਅਦ ਬਿਰਸਾ ਸਿੰਘ ਬਲਟੋਹਾ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਵੀ ਜਿਸ ਕਿਸੇ ਵਰਕਰ ਨੂੰ, ਕਿਸੇ ਆਗੂ ਨੂੰ ਕੋਈ ਪ੍ਰੋਬਲਮ ਹੈ ਪਾਰਟੀ ਸੰਬੰਧੀ, ਪਾਰਟੀ ਦੀਆਂ ਨੀਤੀਆਂ ਸੰਬੰਧੀ, ਤਾਂ ਪਾਰਟੀ ਦੇ ਪਲੇਟਫਾਰਮ ਦੇ ਉੱਪਰ ਹੀ ਉਹ ਗੱਲਬਾਤ ਕਰੇ, ਨਾ ਕਿ ਪਬਲਿਕ ਡੋਮੇਨ ਦੇ ਵਿੱਚ ਤੇ ਨਾ ਹੀ ਮੀਡੀਆ ਦੇ ਉੱਪਰ ਗੱਲ ਨਹੀਂ ਕਰਨੀ ਚਾਹੀਦੀ। ਸੋ ਪਾਰਟੀ ਪਲੇਟਫਾਰਮ ਦੇ ਉੱਪਰ ਗੱਲ ਕੀਤੀ ਜਾਵੇ। ਜੇਕਰ पार्टी प्लेटफॉर्म तो बाहर जाके किसी तरह की कोई पार्टी विरोधी गतिविधि की जाएगी तो उसके खिलाफ
ਕਾਰਵਾਈ ਕੀਤੀ ਜਾਏਗੀ। ਸੋ ਜਗਮੀਤ ਬਰਾੜ ਦਾ ਨਾਮ ਸਭ ਤੋਂ ਪਹਿਲਾਂ ਗੂੰਜ ਰਿਹਾ, ਜਿਨ੍ਹਾਂ ਦੇ ਉੱਪਰ ਕਾਰਵਾਈ ਹੋ ਸਕਦੀ ਹੈ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਹਾਲਾਤ ਕਿਸ ਤਰ੍ਹਾਂ ਦੇ ਬਣਨ ਵਾਲੇ ਨੇ, ਕਿ ਬਗਾਵਤਾਂ ਜਿਵੇਂ ਪਹਿਲਾਂ ਦੱਸੀਆਂ ਪ੍ਰਧਾਨਗੀ ਨੂੰ ਲੈ ਕੇ ਬਗਾਵਤਾਂ ਚੱਲ ਰਹੀਆਂ ਸੀ, ਕਿਉਂਕਿ ਲੀਡਰਸ਼ਿਪ ਜੋ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੂੰ ਜਿੱਥੇ ਬਾਕੀ ਸੰਗਠਨਾਤਮਕ ਢਾਂਚਾ ਭੰਗ ਕੀਤਾ ਗਿਆ ਸੀ, ਉੱਥੇ ਹੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਵੀ ਚੇਂਜਸ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਸੀ ਵੀ ਚੇਂਜ ਹੋਣੀ ਚਾਹੀਦੀ ਹੈ ਲੀਡਰਸ਼ਿਪ, ਜਿਸ ਦੇ ਵਿੱਚ ਸਭ ਤੋਂ ਅਹਿਮ ਪ੍ਰਧਾਨਗੀ ਦੀ ਕੁਰਸੀ ਦੇ ਉੱਪਰ ਬਾਵਵਾਲ ਹੋ ਰਿਹਾ ਸੀ, ਰੌਲਾ ਰੱਪਾ ਪੈ ਰਿਹਾ ਸੀ। ਲੇਕਿਨ ਅੱਜ ਸਭ ਕੁਝ ਕਲੀਅਰ ਹੋ ਚੁੱਕਿਆ ਹੈ। ਸੋ ਇਸ ਤੋਂ ਬਾਅਦ ਕੀ ਹੁਣ ਇਹ ਬਗਾਵਤੀ ਸੁਰਾਂ, ਮਨਪ੍ਰੀਤ ਇਆਲੀ ਦੀ ਬਗਾਵਤੀ ਸੁਰ, ਪ੍ਰੇਮ ਸਿੰਘ ਚੰਦੂ ਮਾਜਰਾ ਦੇ ਬਗਾਵਤੀ ਸੁਰ, ਜਗਮੀਤ ਸਿੰਘ ਬਰਾੜ ਦੇ ਬਗਾਵਤੀ ਸੁਰ ਕੀ ਹੁਣ ਠੰਡੇ ਪੈਣਗੇ ਜਾਂ ਫਿਰ ਬਗਾਵਤ ਹੋਰ ਤੇਜ਼ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ, ਜਦੋਂ ਕਿ ਹੁਣ ਅਕਾਲੀ ਦਲ ਦੇ ਜਰਨੈਲ ਕਹੇ ਜਾਣ ਵਾਲੇ ਬਿਕਰਮ ਮਜੀਠੀਆ ਵੀ ਜੇਲ੍ਹ ਤੋਂ ਬਾਹਰ ਆ ਚੁੱਕੇ ਨੇ। ਹੁਣ ਉਹ ਵੀ ਬਾਦਲ ਪਰਿਵਾਰ ਦੇ ਨਾਲ ਡਟ ਕੇ ਖੜਨਗੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਅਕਾਲੀ ਦਲ ਕਿਸ ओर ਜਾਏਗਾ, ਕਿ ਬਗਾਵਤ ਅੱਗੇ ਵਧੇਗੀ ਜਾਂ ਫਿਰ ਬਗਾਵਤ ਖਤਮ ਹੋ ਕੇ ਇੱਕਦਮ ਫਿਰ ਤੋਂ ਸਮੁੱਚੀ ਲੀਡਰਸ਼ਿਪ ਇਕੱਠੇ ਹੋ ਕੇ ਅਕਾਲੀ ਦਲ ਨੂੰ ਅੱਗੇ ਵਧਾਉਣ ਦੇ ਲਈ ਕੋਸ਼ਿਸ਼ਾਂ ਕਰੇਗੀ। ਸੋ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ, ਇਹ ਜਾਣਨ ਲਈ ਬਣੇ ਰਹੋ ਰੋਜ਼ਾਨਾ ਲੋਕਨਾਥ ਟੀਵੀ ਦੇ ਨਾਲ।